अस्सलामु अलैकुम वरहमतुल्लाहि वबरकातुह। ਅੱਜ ਅਸੀਂ ਗੱਲ ਕਰਦੇ ਹਾਂ ਜੀ ਕਤਬੇ ਦੀ। ਅਸੀਂ ਸਬਕ ਪੜ੍ਹਿਆ ਸੀ ਕਤਬਾ, ਤੇ ਜਿਸ ਰਾਈਟਰ ਨੇ, ਜਿਸ ਮੁਸੰਨਫ ਨੇ ਲਿਖਿਆ ਸੀ, ਉਹਨੇ ਬਹੁਤ ਹੀ ਅੱਛਾ ਲਿਖਿਆ ਸੀ। ਅਸੀਂ ਜਦੋਂ ਉਹ ਪੜ੍ਹਦੇ ਸੀ ਸਟੂਡੈਂਟ ਲਾਈਫ ਦੇ ਵਿੱਚ, ਅਸੀਂ ਸਮਝਦੇ ਸੀ ਵੀ ਇਹ ਨਾ ਐਵੇਂ ਹੀ ਆ, ਸ਼ੁਕਲ ਦੇ ਤੌਰ 'ਤੇ ਉਹਨੂੰ ਲਿਆ ਜਾਂਦਾ ਸੀ, ਅਤੇ ਸ਼ੁਕਲ 'ਚ ਇੱਕ ਦੂਸਰੇ ਨੂੰ ਪੜ੍ਹਦੇ ਸੀ, ਸੁਣਾਉਂਦੇ ਸੀ। ਅਤੇ ਹੁਣ ਸਾਨੂੰ ਪਤਾ ਲੱਗਿਆ ਵੀ ਵਾਕਈ ਉਹ ਹਕੀਕਤ ਆ, ਉਹ ਜਿਹੜੀਆਂ ਗੱਲਾਂ ਉਸ ਮੁਸੰਨਫ ਨੇ ਲਿਖੀਆਂ ਵਾ, ਉਹ ਕਿਰਦਾਰ ਦੇ ਮੁਤਲਕ ਉਹ ਸਾਡੇ ਮਾਸ਼ਰੇ ਦੇ ਵਿੱਚ ਮੌਜੂਦ ਆ। ਕਿਉਂਕਿ ਕੋਈ ਵੀ ਮੁਸੰਨਫ ਜਿਹੜਾ ਹਕੀਕੀ ਮੁਸੰਨਫ ਕਿਹਾ ਜਾਂਦਾ ਵਾ, ਉਹ ਮਾਸ਼ਰੇ ਦੇ ਕਿਰਦਾਰ ਨੂੰ ਹੀ ਉਜਾਗਰ ਕਰਨ ਦੀ ਕੋਸ਼ਿਸ਼ ਕਰਦਾ, ਮਾਸ਼ਰੇ ਦੇ ਕਿਰਦਾਰ ਨੂੰ ਵਿੱਚ ਲੈ ਕੇ ਆਉਂਦਾ, ਤਾਂ ਕਿ ਲੋਕਾਂ ਦੀ ਇਸਲਾਹ ਕੀਤੀ ਜਾ ਸਕੇ। ਤੁਸੀਂ ਦੇਖੋ ਵੀ ਕਤਬਾ ਨਾਮ ਨੂੰ ਕਿਹਾ ਜਾਂਦਾ ਵਾ, ਜਿਹੜਾ ਕਿਸੇ ਤਖਤੀ ਦੇ ਉੱਤੇ ਲਿਖਿਆ ਜਾਂਦਾ, ਕਿਸੇ ਕਬਰ ਦੀ ਤਖਤੀ ਦੇ ਉੱਤੇ ਚਾਹੇ ਲਿਖਿਆ ਜਾਵੇ, ਘਰ ਦੀ ਤਖਤੀ ਦੇ ਬਾਹਰ ਲਿਖਿਆ ਜਾਵੇ, ਜਾਂ ਆਫਿਸ ਦੇ ਬਾਹਰ ਜਿਹੜੀ ਤਖਤੀ ਲੱਗੀ ਹੁੰਦੀ ਉੱਤੇ ਲਿਖਿਆ ਜਾਵੇ। ਅਤੇ ਇੱਕ ਸ਼ਖਸ ਜਿਹੜਾ ਸਾਰੀ ਜ਼ਿੰਦਗੀ ਗਰੀਬ ਹੁੰਦਾ, ਮਿਸਕੀਨ ਹੁੰਦਾ, ਰੋਟੀ ਤੋਂ ਲਾਚਾਰ ਹੁੰਦਾ ਵਿਚਾਰਾ, ਰਿਸ਼ਤੇਦਾਰ ਉਹਨੂੰ ਪੁੱਛਦੇ ਨਹੀਂ, ਭੈਣ ਭਰਾ ਉਹਨੂੰ ਪੁੱਛਦੇ ਨਹੀਂ ਗੇ, ਠੀਕ ਆ ਨਾ ਜੀ, ਨਾ ਉਹਦਾ ਡਿਪਾਰਟਮੈਂਟ ਉਹਨੂੰ ਪੁੱਛਦਾ। ਉਹਦੇ ਮੁਤਲਕ ਇਹ ਮੁਸੰਨਫ ਗੱਲ ਲਿਖਦਾ ਵੀ ਇੱਕ ਕਲਰਕ ਹੁੰਦਾ ਵਾ, ਸਰਕਾਰੀ ਮੁਲਾਜ਼ਮ ਹੁੰਦਾ ਵਾ, ਉਹ ਜ਼ਿੰਦਗੀ ਗੁਜ਼ਾਰਦਾ ਵਾ, ਅਤੇ ਸ਼ਾਦੀ ਤੋਂ ਬਾਅਦ ਉਹਦੇ ਘਰ ਬੱਚਾ ਪੈਦਾ ਹੁੰਦਾ, ਅਤੇ ਉਹਦੀ ਨਾ ਕੁਛ ਦਿਨਾਂ ਵਾਸਤੇ ਜਿਹੜਾ ਵੱਡਾ ਕਲਰਕ ਹੁੰਦਾ ਨਾ, ਸੀਨੀਅਰ ਉਸ ਤੋਂ ਕਲਰਕ, ਉਹ ਚਲੇ ਜਾਂਦਾ ਛੁੱਟੀ ਦੇ ਉੱਤੇ। ਜਦੋਂ ਛੁੱਟੀ 'ਤੇ ਚਲੇ ਜਾਂਦਾ, ਅਤੇ ਉਹ 4 ਕੁ ਦਿਨ ਨਾ ਉਹ ਜਿਹੜਾ ਬੰਦਾ ਹੁੰਦਾ ਜੂਨੀਅਰ ਕਲਰਕ, ਉਹਨੂੰ ਸੀਨੀਅਰ ਕਲਰਕ ਦੀ ਸੀਟ ਦੇ ਉੱਤੇ ਬਹਾ ਦਿੱਤਾ ਜਾਂਦਾ, ਟੈਂਪਰੇਰੀ ਤੌਰ ਦੇ ਉੱਤੇ ਕੰਮ ਲੈਣ ਵਾਸਤੇ। ਉਹ ਬੰਦਾ ਕੀ ਕਰਦਾ ਵਾ, ਉਹ ਨਾ ਇੱਕ ਨੇਮ ਪਲੇਟ ਬਣਾਉਂਦਾ ਵਾ, ਤਖਤੀ ਬਣਵਾਉਂਦਾ ਵਾ, ਉਹ ਕਤਬਾ 'ਤੇ ਬਣਵਾ ਕੇ ਰੱਖ ਲੈਂਦਾ ਵੀ ਹੁਣ ਮੈਂ ਸੀਨੀਅਰ ਕਲਰਕ ਜੂਨੀਅਰ ਕਲਰਕ ਤੋਂ ਸੀਨੀਅਰ ਕਲਰਕ ਬਣ ਜਾਊਂਗਾ, ਮੇਰੀ ਤਨਖਾਹ ਵੱਧ ਜਾਊਗੀ, ਮੇਰੇ ਬੱਚਿਆਂ ਦੀ ਖੁਸ਼ਹਾਲੀ ਹੋ ਜਾਏਗੀ, ਮੇਰੇ ਘਰ ਦੇ ਅੰਦਰ ਖੁਸ਼ਹਾਲੀ ਆ ਜਾਏਗੀ। ਜਿੱਦਾਂ ਸਾਡੇ ਮਾਸ਼ਰੇ ਦੇ ਵਿੱਚ ਹੁੰਦਾ ਵਾ ਵੀ ਬੰਦਾ ਤਰਸਦਾ ਰੋਟੀ ਤੋਂ, ਪਾਣੀ ਤੋਂ। ਅੱਜ ਕੱਲ੍ਹ ਜਿਵੇਂ ਬਿਜਲੀ ਦੇ ਬਿੱਲ ਜ਼ਿਆਦਾ ਆ ਰਹੇ ਆ, ਵੀ ਬਿਜਲੀ ਦਾ ਕੋਈ ਬਿੱਲ ਪੇ ਕਰ ਦੇ, ਮੇਰੇ ਕੋਈ ਸਹਾਰਾ ਬਣੇ, ਮੇਰੇ ਬਾਜ਼ੂ ਬਣੇ। ਲੇਕਿਨ ਉਹਦੀ ਜ਼ਿੰਦਗੀ ਦੇ ਵਿੱਚ ਐਸਾ ਨਹੀਂ ਹੁੰਦਾ, ਉਹਦੇ ਵਿਚਾਰੇ ਦੇ ਨਾਲ ਐਸਾ ਹੀ ਹੁੰਦਾ। ਕੁਛ ਦਿਨਾਂ ਤੋਂ ਬਾਅਦ ਸੀਨੀਅਰ ਕਲਰਕ ਵਾਪਸ ਆ ਜਾਂਦਾ, ਅਤੇ ਉਹ ਬੰਦਾ ਜਿਹਨੇ ਤਖਤੀ ਬਣਵਾਈ ਹੁੰਦੀ ਆ, ਉਹ ਤਖਤੀ ਆਪਣੇ ਘਰ ਚੁੱਪ ਕਰਕੇ ਰੱਖ ਲੈਂਦਾ, ਅਤੇ ਦੁਬਾਰਾ ਉਹ ਜੂਨੀਅਰ ਕਲਰਕ ਹੀ ਬਣ ਜਾਂਦਾ। ਉਹ ਜ਼ਿੰਦਗੀ ਲੰਘਦੀ ਜਾਂਦੀ ਆ, ਅਤੇ ਉਹਦੀ ਵਿਚਾਰੇ ਦੀ ਰਿਟਾਇਰਮੈਂਟ ਦਾ ਵਕਤ ਆ ਜਾਂਦਾ, ਰਿਟਾਇਰ ਹੋ ਜਾਂਦਾ, ਅਤੇ ਉਹਦੇ ਬੱਚੇ ਵੀ ਮਿਲ ਫੈਕਟਰੀਆਂ 'ਚ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ। ਅਤੇ ਉਹ ਫਿਰ ਉਸ ਤੋਂ ਬਾਅਦ ਕੀ ਹੁੰਦਾ ਵਾ, ਕੋਈ 5-7 ਸਾਲ ਦੀ ਜ਼ਿੰਦਗੀ ਤੋਂ ਬਾਅਦ ਉਹ ਫੌਤ ਹੋ ਜਾਂਦਾ। ਉਹ ਸ਼ਖਸ ਜਿਹੜਾ ਕਲਰਕ ਹੁੰਦਾ ਵਾ ਫੌਤ ਹੋ ਜਾਂਦਾ। ਉਹ ਜਿਹੜੇ ਬੇਟੇ ਹੁੰਦੇ ਆ, ਉਹਨਾਂ ਨੂੰ ਬਾਪ ਨਾਲ ਬਹੁਤ ਮੁਹੱਬਤ ਹੁੰਦੀ ਆ, ਉਨਸੀਅਤ ਹੁੰਦੀ ਹੈ। ਉਹ ਇੱਕ ਦਿਨ ਘਰ ਦੀ ਸਫਾਈ ਸੁਥਰਾਈ ਕਰਨ ਦੇ ਹੁੰਦੇ ਆ, ਅਤੇ ਉਹਨਾਂ ਨੂੰ ਨਾ ਉਹ ਨੇਮ ਪਲੇਟ ਜਿਹੜੀ ਹੁੰਦੀ ਹੈ ਨਾ ਆਪਣੇ ਵਾਲਦ ਵਾਲੀ ਲੱਭਦੀ ਆ, ਅਤੇ ਉਹ ਜਿਹੜੀ ਕਤਬਾ ਹੁੰਦਾ ਵਾ ਉਹ ਬਣਿਆ ਹੋਇਆ ਉਹਨੇ ਖੁਦ ਉਹਦੇ ਵਾਲਦ ਨੇ ਬਣਵਾਇਆ ਹੁੰਦਾ ਆਪਣੇ ਆਫਿਸ ਦੇ ਬਾਹਰ ਲਾਉਣ ਵਾਸਤੇ। ਉਹ ਕਿੱਥੇ ਜਾ ਕੇ ਲੱਗਦਾ, ਉਹਦੀ ਕਬਰ ਦੇ ਉੱਤੇ ਜਾ ਲੱਗਦਾ। ਅਤੇ ਇੱਦਾਂ ਹੀ ਸਾਡੇ ਮਾਸ਼ਰੇ ਦੇ ਵਿੱਚ ਆ ਜੀ, ਕਿ ਸਾਡੇ ਮਾਸ਼ਰੇ ਦੇ ਲੋਕ ਕੀ ਕਰਦੇ ਆ, ਇੱਕ ਸ਼ਖਸ ਜ਼ਿੰਦਾ ਹੁੰਦਾ ਵਾ, ਉਹਨੂੰ ਵਿਚਾਰੇ ਨੂੰ ਜ਼ਰੂਰਤ ਹੁੰਦੀ ਤੁਹਾਡੇ ਪਾਣੀ ਦੀ, ਤੁਹਾਡੇ ਪੈਸੇ ਦੀ, ਤੁਹਾਡੀ ਰੋਟੀ ਦੀ, ਤੁਹਾਡੇ ਖਾਣੇ ਦੀ, ਤੁਹਾਡੇ ਸਹਾਰੇ ਦੀ, ਠੀਕ ਹੈ ਨਾ ਜੀ। ਲੇਕਿਨ ਉਹਦੀ ਜ਼ਿੰਦਗੀ ਦੇ ਵਿੱਚ ਉਹਨੂੰ ਕੁਛ ਨਹੀਂ ਮਿਲਦਾ ਜੀ, ਕੋਈ ਸਹਾਰਾ ਨਹੀਂ ਮਿਲਦਾ। ਉਹ ਇਕੱਲਾ ਦਾ ਇਕੱਲਾ ਹੀ ਰਹਿੰਦਾ, ਨਾ ਉਹਨੂੰ ਯਾਨੀ ਕਿ ਆਪਣੇ ਰਿਸ਼ਤੇਦਾਰਾਂ ਵੱਲੋਂ ਕੋਈ ਸਹਾਰਾ ਮਿਲਦਾ, ਨਾ ਮੁਹੱਲੇਦਾਰਾਂ ਦੀ ਤਰਫੋਂ, ਯਾਨੀ ਕਿ ਕੋਈ ਬੰਦਾ ਉਹਦੇ ਨਾਲ, ਗਰੀਬ ਬੰਦੇ ਨਾਲ ਖੜ੍ਹਾ ਹੋਣ ਨੂੰ ਤਿਆਰ ਨਹੀਂ ਹੁੰਦਾ। ਅਤੇ ਜਦੋਂ ਉਹ ਮਰ ਜਾਂਦਾ ਵਾ, ਫਿਰ ਉਹਦੀ ਤਖਤੀ ਸੋਹਣੀ ਬੜੀ ਬਣਾਉਂਦੇ ਆ ਜੀ, ਚੰਗੇ ਪੈਸੇ ਲਾ ਕੇ ਬਣਾਉਂਦੇ ਆ, ਅਤੇ ਕਬਰ ਜਿਹੜੀ ਆ ਉਹਦੀ ਫਿਰ ਇੱਟਾਂ ਨਾਲ ਚੰਗੀ ਪੱਕੀ ਕਰਦੇ ਆ,
ਕੋਈ ਲੱਖ 1.5 ਲੱਖ ਰੁਪਈਆ ਲਾ ਕੇ ਇੱਟਾਂ ਸ਼ੀਟਾਂ ਲਾ ਕੇ ਟੈਲਾਂ ਸ਼ੈਲਾਂ ਲਾ ਕੇ ਸਜਾਵਟ ਬਣਾਉਂਦੇ ਆ ਉਹਦੀ, ਵੀ ਲੋਕਾਂ ਨੂੰ ਪਤਾ ਲੱਗੇ ਵੀ ਸਾਨੂੰ ਇਸ ਬੰਦੇ ਨਾਲ ਬੜਾ ਪਿਆਰ ਸੀ, ਅਸੀਂ ਬੜੀ ਇਹਦੇ ਨਾਲ ਮੁਹੱਬਤ ਰੱਖਣ ਵਾਲੇ ਹਾਂ, ਸਾਡਾ ਬੜਾ ਇਹਦੇ ਨਾਲ ਖਲੂਸ ਸੀਗਾ। ਲੇਕਿਨ ਜਦੋਂ ਜ਼ਿੰਦਗੀ ਸੀ ਉਹਦੀ ਅਤੇ ਉਦੋਂ ਉਹਨੂੰ ਕਿਸੇ ਨੇ ਪੁੱਛਿਆ ਨਹੀਂ। ਅਗਰ ਇਹ ਪੈਸਾ ਜਿਹੜਾ ਉਹਨਾਂ ਨੇ ਕਬਰ ਦੇ ਉੱਤੇ ਲਾਇਆ ਉਹਦੀ ਦੇ ਉੱਤੇ, ਉਹਦੀ ਵਫਾਤ ਤੋਂ ਬਾਅਦ ਉਹੀ ਪੈਸਾ ਜਿਹੜਾ ਲੱਖ 1.5 ਲੱਖ ਰੁਪਈਆ ਅਗਰ ਉਹਦੀ ਜ਼ਿੰਦਗੀ ਦੇ ਵਿੱਚ ਉਹਨੂੰ ਦੇ ਦਿੱਤਾ ਜਾਂਦਾ ਅਤੇ ਉਹ ਬੰਦਾ ਖੁਸ਼ਹਾਲ ਹੁੰਦਾ, ਉਹਦੇ ਨਾਲ ਉਹਦੇ ਕਈ ਅਖਰਾਜਾਤ ਪੂਰੇ ਹੁੰਦੇ, ਬਿਜਲੀ ਦੇ ਬਿੱਲ ਪੂਰੇ ਹੁੰਦੇ, ਉਹਦੇ ਬੱਚਿਆਂ ਦੇ ਕੱਪੜੇ ਲੈ ਜਾਂਦੇ, ਜੁੱਤੀ ਲਈ ਜਾਂਦੀ, ਕੋਈ ਦਵਾਈ ਸ਼ਵਾਈ ਲਈ ਜਾਂਦੀ ਹੈ। ਲੇਕਿਨ ਅਸੀਂ ਲੋਕ ਇਸ ਚੀਜ਼ ਨੂੰ ਨਹੀਂ ਸੋਚਦੇ ਜੀ, ਅਤੇ ਅਸੀਂ ਸਿਰਫ ਔਰ ਸਿਰਫ ਜਦੋਂ ਉਹ ਦੁਨੀਆ ਤੋਂ ਚਲੇ ਜਾਂਦਾ ਵਾ ਅਤੇ ਅਸੀਂ ਉਹਦੀ ਕਬਰ ਨੂੰ ਸਜਾਉਣਾ ਸ਼ੁਰੂ ਕਰ ਦਿੰਦੇ ਆ। ਇੱਕ ਬੰਦੇ ਦਾ ਨਾਂ ਨਾਦਰਾ ਦੀਆਂ ਫਰਿਸ਼ਤਾਂ 'ਚੋਂ ਵੀ ਨਿਕਲ ਗਿਆ ਅਤੇ ਅਸੀਂ ਕੀ ਕਰਦੇ ਹਾਂ, ਉਹਦੇ ਨਾਮ ਨੂੰ ਨਾ ਜੀ ਉਹਦੀ ਮੈਨਸ਼ਨ ਕਰਦੇ ਹਾਂ, ਨੇਮ ਪਲੇਟ ਬਣਾ ਕੇ ਜੀ ਉਹਦੇ ਉੱਤੇ ਉਹਦਾ ਨਾਂ, ਉਹਦੀ ਵਲਦੀਅਤ ਜੀ, ਉਹਦੇ ਤਰੀਕੇ ਪੈਦਾਇਸ਼ ਜੀ, ਉਹਦੇ ਤਰੀਕੇ ਵਫਾਤ ਜੀ, ਉਹਦੀ ਜ਼ਾਤ ਕੀ ਆ, ਬਰਾਦਰੀ ਕੀ ਆ, ਉਹਦਾ ਕੀ ਆ ਜੀ, ਅਸੀਂ ਸਾਰਾ ਕੁਛ ਮੈਨਸ਼ਨ ਕਰਦੇ ਹਾਂ ਵੀ ਅੱਲਾ ਦੀ ਜ਼ਾਤ ਕੋਲੇ ਸਾਬਤ ਕਰਨਾ ਹੁਣ ਤੁਸੀਂ ਵੀ ਇਹ ਬੰਦਾ ਕੀ ਸੀਗਾ। ਯਾਰ ਕੋਈ ਇਨਸਾਨ ਬਣੋ, ਆਪਣੇ ਆਪ ਨੂੰ ਥੋੜ੍ਹਾ ਜਿਹਾ ਤਾਂ ਚੱਕੋ। ਮਾਸ਼ਰਾ ਇੰਨਾ ਹੀ ਸਾਡਾ ਗਿਰ ਚੁੱਕਿਆ ਕਿ ਉਹੀ ਪੈਸੇ ਜਿਹੜੇ ਤੁਸੀਂ ਲਾ ਰਹੇ ਆ ਕਬਰਾਂ ਦੇ ਉੱਤੇ, ਉਹਨਾਂ ਦੀ ਪੁਖਤਗਾ ਕਰਨ ਦੇ ਉੱਤੇ, ਉਹਨਾਂ ਦੇ ਕਤਬੇ ਬਣਾਉਣ ਦੇ ਉੱਤੇ, ਅਤੇ ਉਹ ਤੁਸੀਂ ਪੈਸਾ ਜਿਹੜਾ ਲਾਉਣਾ ਕਿਸੇ ਗਰੀਬ 'ਤੇ ਲਾਓ, ਕਿਸੇ ਮੁਸਾਫਰ ਨੂੰ ਦਿਓ, ਮੁਹਤਾਜ ਨੂੰ ਦਿਓ, ਯਤੀਮ ਨੂੰ ਦਿਓ, ਗਰੀਬ ਨੂੰ ਦਿਓ, ਮਸਕੀਨ ਨੂੰ ਦਿਓ, ਕਿਸੇ ਬੱਚੀ ਨੂੰ ਦਿਓ ਤਾਂ ਕਿ ਉਹਦਾ ਜਹੇਜ਼ ਬਣੇ, ਕਿਸੇ ਵਾਲਦ ਨੂੰ ਦਿਓ, ਬਿਜਲੀ ਦਾ ਬਿੱਲ ਤਾਰ ਸਕੇ, ਉਹਦੇ ਘਰ ਦੇ ਅੰਦਰ ਰੋਟੀ ਪੱਕੇ, ਖੁਸ਼ਹਾਲੀ ਆਵੇ। ਲੇਕਿਨ ਅਸੀਂ ਲੋਕ ਕੀ ਕਰਦੇ ਹਾਂ, ਅਸੀਂ ਲੋਕ ਕਬਰ ਦੇ ਉੱਤੇ ਲਾਉਣ ਨੂੰ ਮੈਨਸ਼ਨ ਕਰ ਦਿੰਦੇ ਹਾਂ ਜੀ, ਕਬਰ 'ਤੇ ਲਾਵਾਂਗੇ ਜੀ। ਉਹ ਅੱਲਾ ਦੇ ਬੰਦੇ, ਉਹ ਜਿਹੜੇ ਬੱਚੇ ਯਤੀਮ ਹੋ ਗਏ ਆ, ਮਸਕੀਨ ਹੋ ਗਏ ਆ, ਮੁਸਾਫਰ ਆ, ਕੋਈ ਮੁਹਤਾਜ ਆ, ਕੋਈ ਗਰੀਬ ਆ, ਕਿਸੇ ਦੀ ਕੋਈ ਜ਼ਰੂਰਤ ਹੈਗੀ ਆ, ਉਹਦੀ ਜ਼ਰੂਰਤ ਪੂਰੀ ਕਰੋ। ਅਤੇ ਤੁਸੀਂ ਬਜਾਏ ਜ਼ਰੂਰਤ ਪੂਰੀ ਕਰਨ ਦੇ ਤੁਸੀਂ ਲੋਕਾਂ ਨੂੰ ਦਿਖਲਾਵਾ ਕਰਨ ਵਾਸਤੇ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਯਾਰ ਬੜੀ ਉਹਨਾਂ ਨੇ ਕਬਰ ਬਣਾਈ ਹੈ, ਬਹੁਤ ਸੋਹਣਾ ਉਹਨਾਂ ਨੇ ਪੈਸਾ ਲਾਇਆ ਉੱਥੇ, ਯਾਨੀ ਇੱਥੇ ਵੀ ਸਾਡਾ ਦਿਖਲਾਵਾ ਹੀ ਆ। ਅਤੇ ਕੋਈ ਇਨਸਾਨ ਦੇ ਬੱਚੇ ਬਣ ਜਾਓ ਯਾਰ, ਪਾਕਿਸਤਾਨੀਓ, ਕਿਸੇ ਚੰਗੇ ਕੰਮ ਪਾਸੇ ਆ ਜਾਓ। ਉਹੀ ਪੈਸੇ ਜਿਹੜੇ ਤੁਸੀਂ ਕਬਰ 'ਤੇ ਲਾਉਣੇ ਆ ਅਤੇ ਉਹ ਕਿਸੇ ਯਤੀਮ ਨੂੰ ਦਿਓ। ਤੁਹਾਡੇ ਮੁਹੱਲੇ ਦੇ ਵਿੱਚ, ਤੁਹਾਡੇ ਗਲੀ ਦੇ ਅੰਦਰ ਜਿਹੜਾ ਬੰਦਾ ਕੋਈ ਮੁਹਤਾਜ ਆ, ਕੋਈ ਗਰੀਬ ਆ, ਕੋਈ ਮਸਕੀਨ ਆ, ਸਰਦਾ ਨਹੀਂ ਆ, ਉਹਨੂੰ ਦਿਓ ਯਾਰ ਪੈਸੇ, ਤਾਂ ਕਿ ਉਹਦੇ ਘਰ ਦੇ ਵਿੱਚ ਖੁਸ਼ਹਾਲੀ ਆਵੇ ਯਾਰ। ਅਗਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੈ ਅਤੇ ਲਾਜ਼ਮੀ ਤੌਰ 'ਤੇ ਇਹਨੂੰ ਸ਼ੇਅਰ ਲਾਜ਼ਮੀ ਕਰੇ ਜੇ। ਅਤੇ ਇਹ ਮਾਸ਼ਰੇ ਦੀ ਮੈਂ ਅਕਾਸੀ ਕੀਤੀ ਹੈ ਅਤੇ ਸਾਡੇ ਮਾਸ਼ਰੇ ਦੇ ਵਿੱਚ ਬਿਲਕੁਲ ਇਹੀ ਚੀਜ਼ ਜਿਹੜੀ ਹੈ ਨਾ ਰਚ ਵੱਸ ਗਈ ਹੈ। ਅੱਲਾ ਹਾਫਿਜ਼ ਜੀ।